ਸਾਨੂੰ ਆਪਣੇ ਧਰਮ ਦੀ ਰਾਖੀ ਖੁਦ ਕਰਨੀ ਪਵੇਗੀ। ਪ੍ਰਕਾਸ਼ ਸਿੰਘ ਬਾਦਲ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥਕ ਰੋਸ ਇਕੱਠ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਸਾਨੂੰ ਆਪਣੇ ਧਰਮ ਦੀ ਰਾਖੀ ਖੁਦ ਕਰਨੀ ਪਵੇਗੀ। श्री अकाल तख्त साहब दे जथेदार साहब, दूजे तख्तां दे जथेदार साहिबान, श्रोमणी अकाली दल दे प्रधान सरदार सुखबीर सिंह जी, श्रोमणी कमेटी दे प्रधान धामी साहब जी ते अज दे महान पंथक इकट्ठ विच दर्शन दे रहे श्रोमणी कमेटी दे एग्जैक्टिव मैंबर साहबान, समूह संगत, वाहिगुरू जी का खालसा, वाहिगुरू जी की फतेह। अज दा जो पंथक इकट्ठ है, ये जो अकाल सभ से ते आनंदपुर साहब से बेअदबी हुई है, उहदे ते रोस दुख का प्रगटावा करने वास्ते आपां इकट्ठे होए हैं। ते नाल हिंदुस्तान की ते सूबे की सरकार नूं ये कहण वास्ते इकट्ठे होए हैं क्योंकि सुते पे है, उन्हां नूं इन्हां घटनावां दा ना दुख है ना अफसोस है, भंगड़े पाउंदे फिरदे है। इसलिए वीरो, आपां नूं सारिआं नूं तकड़े होके अपनी धर्म की राखी आप करनी पऊगी। देखो, एक सोचण की गल है कि हिंदुस्तान विच कोई भी सरकार आउंदी है, भावें मुगलों की सरकार आई, भावें अंग्रेज़ों की सरकार आई, भावें अपने देश विच आज़ादी तो बाद देश की सरकार आई, इन्हां ने हरमंदर साहब, सचखंड हरमंदर साहब ते होर थावां ते हमले कीते। वड्डे वड्डे अलग अलग तरीके कीते इन्हां सरकारां ने। अंग्रेज़ां ने अपने महंतां नूं एक गुरुद्वारा साहिबान की सेवा संभाल दे दिती। सेवा संभाल तो की करनी सी, उत्थे भैड़े तो भैड़े काम करते सन, शराबां पींदे सन, नाच कराउंदे सन। वो तो विदेशी सरकारां सन। कदे असीं सोचा नहीं कि अपने देश की सरकार जिन्हों बनाउण वास्ते, जिहड़ी आज़ादी वास्ते सब तो वध कुर्बानी तुसी दिती है, वो सरकार भी हरमंदर साहब ते फौजी हमला करेगी। अकाल तख्त साहब नूं गोलियां नाल बिन देगी, दरबार साहब ते भी गोलियां लाउणगे और श्री गुरु ग्रंथ साहब महाराज जिहड़े विराजमान सन उन्हां ते भी गोलियां लगियां। देखो, सोचण वाली गल है कि ये सरकारां ये हरमंदर साहब
ਜਾਂ ਆਪਣੇ ਉੱਚ ਧਰਮ ਸਥਾਨਾਂ ਤੇ ਕਿਉਂ ਹਮਲੇ ਕਰਦੇ ਆ, ਭਾਵੇਂ ਕੋਈ ਸਰਕਾਰ ਆਉਂਦੀ। ਦੇਖੋ ਇਹ ਕਰਦੇ ਆ ਕਿ ਸਭ ਤੋਂ ਵੱਧ ਜੋ ਰੂਹਾਨੀ ਸ਼ਕਤੀ ਹੁੰਦੀ ਹੈ, ਇੱਕ ਤਾਂ ਤੁਹਾਡੀ ਜਿਸਮਾਨੀ ਸ਼ਕਤੀ ਹੈ, ਇੱਕ ਰੂਹਾਨੀ ਸ਼ਕਤੀ ਹੈ। ਰੂਹਾਨੀ ਸ਼ਕਤੀ ਜਿਹੜੀ ਹੈ ਉਹ ਆਪਾਂ ਨੂੰ ਆਪਣੇ ਪੂਜਾ ਸਥਾਨਾਂ ਵਿੱਚੋਂ ਮਿਲਦੀ ਹੈ। ਜਿਹੜੀਆਂ ਇੰਨੀਆਂ ਕੁਰਬਾਨੀਆਂ ਹੋਈਆਂ, ਸਾਹਿਬਜ਼ਾਦਿਆਂ ਦੀ ਕੁਰਬਾਨੀ ਹੋਈ, ਉਹ ਇੱਕ ਰੂਹਾਨੀ ਸ਼ਕਤੀ ਸੀ। ਔਰ ਇਹ ਸਰਕਾਰਾਂ ਸਮਝਦੀਆਂ ਹਨ ਜੇ ਇਹ ਰੂਹਾਨੀ ਸ਼ਕਤੀ ਆਪਾਂ ਤੋਂ ਖੋਹ ਲਈ ਜਾਏ ਤਾਂ ਫਿਰ ਕੁਝ ਨਹੀਂ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਨੇ ਦਰਬਾਰ ਸਾਹਿਬ ਅਕਾਲ ਤਖ਼ਤ ਤੋਂ ਅਰਦਾਸ ਕਰਕੇ ਵੱਡੇ ਵੱਡੇ ਮੋਰਚੇ ਲਾਏ, ਭਾਵੇਂ ਐਮਰਜੈਂਸੀ ਦੇ ਖਿਲਾਫ ਲੜਾਏ ਜਾਂ ਪੰਜਾਬ ਦੇ ਹਿੱਤਾਂ ਲਈ ਲਾਏ। ਆਪਾਂ ਨੂੰ ਉਹ ਰੂਹਾਨੀ ਸ਼ਕਤੀ ਮਿਲੀ, ਆਪਾਂ ਨੂੰ ਫਤਿਹ ਪ੍ਰਾਪਤ ਹੋਈ। ਇਸ ਕਰਕੇ ਮੇਰੀ ਬੇਨਤੀ ਹੈ, ਉਹਨਾਂ ਨੇ ਦੋ ਤਰੀਕੇ ਵਰਤਦੇ ਹਨ। ਇੱਕ ਤਾਂ ਕਿ ਰੂਹਾਨੀ ਸ਼ਕਤੀ ਦੇ ਜਿਹੜੇ ਸੋਮੇ ਹਨ ਇਹਨਾਂ ਨੂੰ ਤਾਤੇਸ਼ ਕਰ ਦਿਓ। ਦੂਜੇ ਉਹਨਾਂ ਦਾ ਹੋਰ ਤਰੀਕਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਹੀ ਕਬਜ਼ਾ ਕਰ ਲਓ। ਮੇਰੀ ਸਾਰੀ ਸਿਆਸੀ ਜ਼ਿੰਦਗੀ ਕੁਝ 60-70 ਸਾਲ ਦੀ ਹੈ। ਸਮੇਂ ਸਮੇਂ ਤੇ ਕਦੇ ਇਹਨਾਂ ਨੇ ਬੋਰਡ ਬਣਾਏ, ਕਦੇ ਆਪਣੇ ਵਿੱਚੋਂ ਬੰਦੇ ਪਾੜ ਕੇ ਲਾਲਚ ਦੇ ਕੇ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਲੜੇ। ਪਰ ਮੈਂ ਇਸ ਗੱਲ ਦੀ ਵਧਾਈ ਕੌਮ ਨੂੰ ਦਿੰਦਾ ਕਿ ਕਦੇ ਵੀ 100 ਸਾਲਾਂ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਦੀ ਸੇਵਾ ਸੰਭਾਲ ਹੈ, ਗੁਰਧਾਮਾਂ ਦੀ ਸੇਵਾ ਸੰਭਾਲ ਹੈ, ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਦਿੱਤੀ ਹੈ। ਕਿਉਂਕਿ ਸਿੱਖ ਸੰਗਤ ਇਹ ਜਾਣਦੀ ਹੈ ਕਿ ਖਾਲਸਾ ਪੰਥ ਦੀ ਧਾਰਮਿਕ ਸੇਵਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਹੈ ਤੇ ਸਿਆਸੀ ਲੋੜਾਂ ਪੂਰਨ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਹੈ। ਅੱਜ ਤੱਕ ਕਦੇ ਵੀ ਸੰਗਤ ਨੇ ਉਹਨਾਂ ਨੂੰ ਸੇਵਾ ਸੰਭਾਲ ਦਾ ਮੌਕਾ ਨਹੀਂ ਦਿੱਤਾ। ਹੁਣ ਮੇਰੀ ਤੁਹਾਡੇ ਕੋਲੇ ਬੇਨਤੀ ਹੈ ਕਿ ਆਹ ਪਾਰਟੀਆਂ ਜਿਹੜੀਆਂ ਹਨ ਉਹਨਾਂ ਦਾ ਨਿਸ਼ਾਨਾ ਕੀ ਹੈ, ਅਸਲੀ ਨਿਸ਼ਾਨਾ ਕੀ ਹੈ, ਉਸ ਨਿਸ਼ਾਨੇ ਵੱਲ ਤੁਰੇ ਹਨ ਕਿ ਗੱਲ ਹੀ ਮੁਕਾ ਦਈਏ, ਗੁਰਦੁਆਰਾ ਸਾਹਿਬਾਨ ਤੇ ਕਬਜ਼ਾ ਕਰ ਲਈਏ। ਇੱਕ ਸੋਚਣ ਦੀ ਗੱਲ ਹੈ, ਹੁਣ ਤਾਂ ਨਹੀਂ ਤੁਸੀਂ ਦੇਣਾ, ਪਰ ਜੇ ਕੇਸਰੀਵਾਲ ਦਾ ਪਾਰਟੀ ਦਾ ਕਬਜ਼ਾ ਹੋ ਜਾਏ, ਕਾਂਗਰਸ ਦਾ ਕਬਜ਼ਾ ਹੋ ਜਾਏ, ਕੀ ਆਪਣਾ ਧਰਮ ਬਚੂਗਾ? ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਪਾਸੇ ਤੁਰੇ ਹੈ ਔਰ ਇਹ ਅਸੈਂਬਲੀ 'ਚ ਵੀ ਇੱਕ ਦੂਜੇ ਨਾਲ ਇਸ਼ਾਰਾ ਕਰਦੇ ਸਨ ਕਿ ਆਪਾਂ ਹੁਣ ਗੁਰਦੁਆਰਾ ਸਾਹਿਬਾਨ ਦਾ ਕਬਜ਼ਾ ਕਰਨਾ ਹੈ। ਬੜੇ ਗੰਭੀਰ ਹਾਲਾਤ ਵਿੱਚ ਤੁਸੀਂ ਗੁਜ਼ਰ ਰਹੇ ਹੋ। ਮੈਂ ਤੁਹਾਨੂੰ ਜਿਹੜੇ ਤੁਸੀਂ ਭਰਾ ਬੈਠੇ ਹੋ ਇਹਨਾਂ ਨੇ ਦਾ ਪ੍ਰੈਸ ਦੇ ਥਰੂ ਦੂਜੀ ਸੰਗਤ ਜਿਹੜੇ ਉਹਨਾਂ ਦੇ ਝੰਡੇ ਫੜੀ ਫਿਰਦੇ ਆ,
ਉਹਨਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਗੁਰਧਾਮ ਜ਼ਰੂਰ ਹੈ। ਵੇਖੋ ਇੱਕ ਇਹ ਵੀ ਮੈਂ ਕਹਿਣਾ ਚਾਹੁੰਦਾ ਕਿ ਰਾਜਸੀ ਸ਼ਕਤੀ ਵੀ ਬੜੀ ਜ਼ਰੂਰੀ ਹੁੰਦੀ ਹੈ। ਰਾਜ ਬਿਨਾ ਨਹੀਂ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਸ ਕਰਕੇ ਭਰਾਓ ਪਰਨ ਕਰ ਲਓ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਜੋ ਵੀ ਉਹ ਹੁਕਮ ਕਰਨਗੇ ਅਸੀਂ ਉਹਨਾਂ ਦੇ ਹੁਕਮ ਤੇ ਪੂਰਾ ਪਹਿਰਾ ਦੇਵਾਂਗੇ। ਬੋਲੇ ਸੋ ਨਿਹਾਲ। ਬਹੁਤ ਹੀ ਨਾਜ਼ੁਕ ਦੌਰ ਤੇ ਇਹ ਜਿਹਾ ਨਾਜ਼ੁਕ ਦੌਰ ਅੱਗੇ ਘੱਟ ਆਏ ਨੇ ਜਿੰਨਾ ਅੱਜ ਨਾਜ਼ੁਕ ਦੌਰ ਵਿੱਚ ਦੀ ਪੰਧ ਟੱਪ ਰਿਹਾ। ਲੇਕਿਨ ਆਪਾਂ ਛੋਟੀਆਂ ਛੋਟੀਆਂ ਗੱਲਾਂ 'ਚ, ਲਾਲਚਾਂ 'ਚ, ਕੁਰਸੀਆਂ ਤੇ ਜਿਹਨੂੰ ਟਿਕਟ ਨਹੀਂ ਦਿੰਦਾ ਭੱਜ ਕੇ ਦੂਜੇ ਪਾਸੇ ਚਲੇ ਜਾਂਦਾ। ਇਹ ਬੇਅਸੂਲੀ ਗੱਲ ਇਹ ਹੁਣ ਜਿਹੜੀ ਆਈ ਹੈ ਇਹਨੂੰ ਖਤਮ ਕਰਨਾ ਪਊਗਾ। ਮੇਰੀ ਕੋਈ ਵੀ ਸੇਵਾ, ਭਾਵੇਂ ਮੇਰੀ ਸਿਹਤ ਕਮਜ਼ੋਰ ਹੈ, ਉਮਰ ਦੇ ਲਿਹਾਜ਼ ਨਾਲ ਮੈਂ ਉਹਨਾਂ ਕੰਮ ਨਹੀਂ ਕਰ ਸਕਦਾ, ਲੇਕਿਨ ਮੇਰਾ ਇੱਕ ਇੱਕ ਸਵਾਸ ਜਿਹੜਾ ਜ਼ਿੰਦਗੀ ਦਾ ਉਹ ਪੰਥ ਦੇ ਹੁਕਮ ਦੀ ਉਡੀਕ ਕਰਦਾ ਰਹਿੰਦਾ ਹੈ। ਬੋਲੇ ਸੋ ਨਿਹਾਲ। ਇਸ ਕਰਕੇ ਅਖੀਰ ਵਿੱਚ ਮੇਰੀ ਤੁਹਾਡੇ ਕੋਲ ਇਹੀ ਬੇਨਤੀ ਹੈ ਕਿ ਇਹਨਾਂ ਦੀਆਂ ਚਾਲਾਂ ਸਮਝੋ। ਇਹਨਾਂ ਕੋਲੇ ਧਨ ਹੈ, ਇਹ ਡਰਾਉਂਦੇ ਵੀ ਹਨ ਤੇ ਲਾਲਚ ਵੀ ਦਿੰਦੇ ਆ। ਆਪਾਂ ਕਿਸੇ ਨੂੰ ਨਾ ਡਰਾਉਨੇ ਆ ਨਾ ਲਾਲਚ ਦਿੰਦੇ ਆ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਦਾ ਨਾਂ ਨਹੀਂ ਲਿਆ। ਆ ਸਰਸੇ ਨੂੰ ਆਪਾਂ ਕੀ ਨਹੀਂ ਦਿੱਤਾ, ਪ੍ਰਧਾਨਗੀ ਦਿੱਤੀ, ਇੱਜ਼ਤ ਦਿੱਤੀ। ਉਹ ਇਲੈਕਸ਼ਨ ਸਰਸੇ ਨੇ ਨਹੀਂ ਲੜੇ ਸਨ ਜਿਹਦੇ 'ਚੋਂ ਪ੍ਰਧਾਨ ਬਣਿਆ। ਉਹ ਅਕਾਲੀ ਦਲ ਦੇ ਵਰਕਰ ਉੱਥੇ ਜੂਝੇ, ਉਹ ਇਲੈਕਸ਼ਨ ਜਿੱਤਿਆ ਤੇ ਫਿਰ ਉਹ ਬਣਿਆ। ਉਹਨੂੰ ਡਰਾ ਕੇ ਕਿ ਇੱਕ ਪਾਸੇ ਜੇਲ੍ਹ ਹੈ, ਇੱਕ ਪਾਸੇ ਅਕਾਲੀ ਦਲ ਹੈ। ਚਾਹੀਦਾ ਤਾਂ ਸੀ ਕਿ ਉਹਨੂੰ ਕਹਿੰਦਾ ਪਹਿਲ ਮੇਰੀ ਅਕਾਲੀ ਦਲ ਹੈ, ਜੇਲ੍ਹ ਮਗਰੋਂ ਜੇਲ੍ਹ ਲੈ ਜਾਓ। ਜੇਲ੍ਹ 'ਚ ਜਾਣ ਨਾਲ ਕੀ ਹੁੰਦਾ? ਜੇਲ੍ਹਾਂ ਸਾਨੂੰ ਕੀ ਡਰਾ ਸਕਦੀਆਂ? ਮੈਂ 15 ਸਾਲ ਜੇਲ੍ਹ ਕੱਟੀ ਹੈ, ਮੈਨੂੰ ਤਾਂ ਕੁਝ ਨਹੀਂ ਹੋਇਆ। ਹੁਣ ਵੀ ਅੱਜ ਉਹ ਸਿਆਸੀ ਨਹੀਂ, ਧਾਰਮਿਕ ਹੈ, ਪਰ ਮੈਂ ਕਹਿ ਨਹੀਂ ਰੱਖਦਾ ਕਿ ਮਜੀਠੇ ਨੂੰ ਫੜ ਉਹਦਾ ਪਰਚਾ ਕਰਤਾ ਡਰਾਉਣ ਖਾਤਰ। ਉਹ ਜਿਹੜੇ ਕਮਜ਼ੋਰ ਆ ਝੜ ਜਾਣ ਦਿਓ। ਜਿਵੇਂ ਪੱਤੇ ਹੁੰਦੇ ਨਾ ਦਰਖਤ ਦੇ, ਤੇ ਉਹ ਜਿਹੜੇ ਕਮਜ਼ੋਰ ਹੁੰਦੇ ਡਿੱਗ ਪੈਂਦੇ ਆ, ਫਿਰ ਨਵੇਂ ਆ ਜਾਂਦੇ ਆ। ਤੇ ਆਪਾਂ ਆਪ ਗੁਰੂ ਸਾਹਿਬਾਨ ਨੇ ਤੁਹਾਨੂੰ ਕਿਹਾ 1.25 लाख से एक लड़ाऊं। एक की है रूहानी शक्ति। कोई दिमाग से बोझ ना पाओ सुखबीर के फलाना भज गया, भज जान दो। आपा तो असूल ते लड़ना है धर्म की खातर। और एक भी दसा, ये जो इन्हां दी मनशा है ये है कि हिंदू ते सिख भरा ਜਿਹੜੇ ਸਕੇ ਭਰਾ ਜਿਨ੍ਹਾਂ ਦਾ ਨਹੁੰ ਤੇ ਮਾਸ ਦਾ ਰਿਸ਼ਤਾ ਹੈ, ਕਿਵੇਂ ਉਹਨਾਂ ਨੂੰ ਪਾੜਿਆ ਜਾਵੇ। ਪਹਿਲਾਂ ਵੀ ਇਹਨਾਂ ਨੇ ਇਹ ਮਕਸਦ ਪੂਰਾ ਕਰਨ ਲਈ ਗੁਰਦੁਆਰਾ ਸਾਹਿਬਾਨ ਵਿੱਚ ਬੀੜੀਆਂ ਸਟਾਈਆਂ ਔਰ ਮੰਦਰ ਸਾਹਿਬਾਂ ਆਪਦੇ ਬੰਦਿਆਂ ਤੋਂ ਗਾਊਂ ਦੀਆਂ ਪੂਛਾਂ ਸਟਾਈਆਂ। ਦੇਖੋ ਅਸੀਂ ਤਾਂ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ, जिन्हों ने कहा मानस की जात सभे एके पछानवो और
ਸਾਰੇ ਧਰਮਾਂ ਦੀ ਏਕਤਾ ਨੂੰ ਆਪਾਂ ਅਰਦਾਸ ਕਰਦੇ ਹਾਂ। ਅਖੀਰ 'ਚ ਕਹਿੰਦੇ ਹਾਂ ਸਰਬੱਤ ਦਾ ਭਲਾ, ਸਾਰੇ ਸੰਸਾਰ ਦਾ ਭਲਾ ਮੰਗਦੇ ਹਾਂ। ਇਹ ਜੀ ਕੌਮ ਜਿਹੜੀ ਗੁਰੂਆਂ ਦੇ ਦੱਸੇ ਉੱਤੇ ਰਸਤੇ ਚੱਲਣੇ ਚਾਹੁੰਦੀ ਹੈ। ਸਾਡੀ ਬਦਕਿਸਮਤੀ ਹੈ ਕਿ ਸਾਥੋਂ ਦੁਨੀਆ 'ਚ ਪ੍ਰਚਾਰ ਨਹੀਂ ਹੋਇਆ। ਸਾਡੇ ਕੋਲ ਇਹੋ ਜਿਹੇ ਕੋਈ ਪ੍ਰਚਾਰਕ ਨਹੀਂ ਸਨ ਜਿਹੜੇ ਦੁਨੀਆ ਜਾ ਕੇ ਆਪਣੀ ਫਿਲਾਸਫੀ ਦੱਸਦੇ। ਨਹੀਂ ਤਾਂ ਕ੍ਰਿਸਚੈਨਿਟੀ ਜਿਵੇਂ ਫੈਲੀ ਹੈ, ਸਿੱਖ ਧਰਮ ਇੰਨਾ ਫੈਲ ਸਕਦਾ ਹੈ। ਇਸ ਲਈ ਵੀਰੋ, ਮੈਂ ਕਿਉਂਕਿ ਬਾਹਲਾ ਚਿਰ ਬਹਿ ਵੀ ਨਹੀਂ ਸਕਦਾ, ਤੇ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤਕੜੇ ਹੋ ਜਾਓ। ਹੁਣ ਪੁਰਾਣਾ ਵੇਲਾ ਨਹੀਂ ਸੁਸਤੀ ਦਾ, ਕਦੀ ਰੈਜ਼ੋਲੂਸ਼ਨ ਕਰਦੇ ਹੋ ਜਾਂ ਕਰਦੇ ਹੋ ਤਾਂ ਕਰਨਾ ਹੀ ਹੈ, ਪਰ ਕੋਈ ਤਕੜੀ ਲੜਾਈ ਵਾਸਤੇ ਇਕੱਠੇ ਹੋ ਜਾਓ। ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਕਹਾਂਗੇ ਕੋਈ ਥੋੜ੍ਹੀ ਅਗਵਾਈ ਕਰੋ, ਭਾਵੇਂ ਉਹ ਅੱਜ ਜਿਹੜਾ ਇਕੱਠ ਹੈ ਉਹ ਕੱਲੀ ਪਾਰਟੀ ਦਾ ਨਹੀਂ, ਪੰਥ ਦਾ ਇਕੱਠ ਹੈ। ਜਿੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਿਰਾਜਮਾਨ ਹੋਣ, ਉਹ ਪੰਥ ਦਾ ਇਕੱਠ ਹੁੰਦਾ ਸਾਰੇ ਦਾ, ਤੇ ਜਿਹੜੇ ਆਪਣੇ ਖਿਲਾਫ ਆ ਉਹਨਾਂ ਦਾ ਪੰਥ ਨਾਲ ਕੋਈ ਹੁੰਦਾ ਨਹੀਂ। ਇਸ ਕਰਕੇ ਆਓ ਵੀਰੋ, ਆਪਾਂ ਇਹਨਾਂ ਗੱਲਾਂ ਨੂੰ ਸਮਝੀਏ ਤੇ ਧਰਮ ਸਥਾਨਾਂ ਦੀ ਇੱਜ਼ਤ ਵਾਸਤੇ ਜੋ ਵੀ ਕਰ ਸਕਦੇ ਕਰੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ